ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਕੱਲ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਪੰਜਾਬ ਦੇ ਰਾਜਪਾਲ ਦੇ ਨਾਲ ਮੁਲਾਕਾਤ ਕੀਤੀ ਗਈ। ਕਿ ਇਹ ਪੰਜਾਬ ਕੈਬਨਿਟ ਦੇ ਅੰਦਰ ਫੇਰਬਦਲ ਨੂੰ ਲੈ ਕੇ ਮੁਲਾਕਾਤ ਹੋਈ ਹੈ ਜਾਂ ਕਈ ਤਰ੍ਹਾਂ ਦੀਆਂ ਸਿਆਸੀ ਗਲਿਆਰਾਂ ਦੇ ਵਿੱਚ ਚਰਚਾ ਛਿੜੀਆਂ ਹੋਈਆਂ ਨੇ ਕਿ ਜਿਸ ਤਰੀਕੇ ਦੇ ਨਾਲ ਕਾਂਗਰਸ ਨਵਜੋਤ ਸਿੰਘ ਸਿੱਧੂ ਨੂੰ ਉੱਪਰ ਚੁੱਕ ਰਹੀ ਹੈ ਤੇ ਕੈਪਟਨ ਅਮਰਿੰਦਰ ਸਿੰਘ ਆਪਣੇ ਆਪ ਨੂੰ ਠੱਗਿਆ ਹੋਇਆ ਤੇ ਖੂੰਜੇ ਲੱਗਿਆ ਮਹਿਸੂਸ ਕਰ ਰਹੇ ਨੇ, ਤਾਂ ਹੋ ਸਕਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਕੋਈ ਹੋਰ ਸਿਆਸੀ ਜ਼ਮੀਨ ਦੀ ਤਲਾਸ਼ 'ਚ ਹੋਣ ਤੇ ਰਾਜਪਾਲ ਦੇ ਰਾਹੀਂ ਬੀਜੇਪੀ ਦਾ ਕੋਈ ਵੱਡਾ ਸੁਨੇਹਾ ਆਇਆ ਹੋਵੇ ਜਾਂ ਕੋਈ ਗੱਲਬਾਤ ਹੋਈ ਹੋਵੇ, ਇਸ ਕਰਕੇ ਉੱਥੇ ਮੁਲਾਕਾਤ ਹੋਈ ਹੈ। ਇਸ ਤੇ ਵੀ ਵਿਚਾਰ ਚਰਚਾ ਕਰਾਂਗੇ ਕਿ ਅਜਿਹੀਆਂ ਕਨਸੂਆਂ ਕਿਉਂ ਆ ਰਹੀਆਂ ਨੇ, ਅਜਿਹੀਆਂ ਗੱਲਾਂ ਬਾਤਾਂ ਕਿਉਂ ਹੋ ਰਹੀਆਂ ਨੇ। ਤਾਂ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਹੋਰਾਂ ਦੇ ਵੱਲੋਂ ਰੰਧਾਵਾ, ਗਿੱਲ ਤੇ ਕਿੱਕੀ ਢਿੱਲੋਂ ਅਤੇ ਜੀਰਾ ਤੇ ਤ੍ਰਿਪਤਿੰਦਰ ਸਿੰਘ ਬਾਜਵਾ ਨੂੰ ਇੱਕ ਵਾਰ ਫਿਰ ਤੋਂ ਤਲਬ ਹੋਣ ਦਾ ਮੌਕਾ ਦਿੱਤਾ ਗਿਆ। ਇਸ ਤੋਂ ਪਹਿਲਾਂ 2 ਤਰੀਕ ਨੂੰ ਤਲਬ ਕੀਤਾ ਗਿਆ ਸੀ ਤੇ ਹੁਣ 11 ਤਰੀਕ ਦਿੱਤੀ ਗਈ ਹੈ ਕਿ 11 ਅਗਸਤ ਨੂੰ ਦੁਬਾਰਾ ਤੋਂ ਤਲਬ ਹੋਣ। ਜੇਕਰ ਨਾ ਤਲਬ ਹੋਏ ਤਾਂ ਫਿਰ ਇਹਨਾਂ ਤੇ ਕਾਰਵਾਈ ਹੋਊਗੀ। ਮਾਮਲਾ ਕੀ ਹੈ, ਗੱਲਬਾਤ ਕੀ ਹੈ, ਇਹ ਵੀ ਸਾਰੀ ਗੱਲਬਾਤ ਤੁਹਾਨੂੰ ਦੱਸਾਂਗੇ। ਪਰ ਉਸ ਤੋਂ ਪਹਿਲਾਂ ਸਾਡੇ ਰਾਜਨੀਤਿਕ ਮਾਹਰ ਦੇ ਤੌਰ ਤੇ ਜਿਹੜੇ ਮਹਿਮਾਨ ਜੁੜੇ ਹੋਏ ਨੇ ਡਾਕਟਰ ਭੀਮਿੰਦਰ ਸਿੰਘ ਜੀ, ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ, ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਡਾਕਟਰ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਡਾਕਟਰ ਸਾਹਿਬ ਸ਼ੁਰੂਆਤ ਜਿਹੜੀ ਹੈ ਉਹ ਕੈਪਟਨ ਅਮਰਿੰਦਰ ਸਿੰਘ ਦੀ ਮੁਲਾਕਾਤ ਤੋਂ ਕਰਦੇ ਹਾਂ। ਕਿਵੇਂ ਦੇਖਦੇ ਹੋ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਰਾਜਪਾਲ ਦੇ ਨਾਲ ਮੁਲਾਕਾਤ ਹੋਈ ਹੈ? ਕਈ ਤਰ੍ਹਾਂ ਦੀਆਂ ਕਿਆਸ ਲਾਈਆਂ ਲਗਾਈਆਂ ਜਾ ਰਹੀਆਂ ਨੇ। ਕੋਈ ਕਹਿੰਦਾ ਕਿ ਕੈਬਨਿਟ ਦੇ ਵਿੱਚ ਫੇਰਬਦਲ ਨੂੰ ਲੈ ਕੇ ਹੋਇਆ, ਕੋਈ ਕਹਿੰਦਾ ਹੈ ਕਿ ਭਾਜਪਾ ਦੇ ਵੱਲੋਂ ਕੋਈ ਸ਼ਾਇਦ ਸੁਨੇਹਾ ਆਇਆ ਹੋਵੇ ਇਸ ਕਰਕੇ ਮੁਲਾਕਾਤ ਹੋਈ ਹੈ। ਤੁਸੀਂ ਕਿਵੇਂ ਦੇਖਦੇ ਹੋ ਇੱਕ ਰਾਜਨੀਤਿਕ ਮਾਹਰ ਦੇ ਤੌਰ ਤੇ? ਸੁਖਵਿੰਦਰ ਜੀ, ਜਿਵੇਂ ਆਪਾਂ ਸਾਰੇ ਜਾਣਦੇ ਹਾਂ, ਦਰਸ਼ਕ ਵੀ ਜਾਣਦੇ ਨੇ ਕਿ ਕੈਪਟਨ ਸਾਹਿਬ ਦੀ ਜੋ ਪਿਛਲੇ ਦਿਨਾਂ ਦੇ ਵਿੱਚ ਹਾਰ ਹੋਈ ਹੈ, ਇੱਕ ਕਿਸਮ ਦੀ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਉਹਨਾਂ ਨੇ ਪਹਿਲਾਂ ਛੜਯੰਤਰ, ਆਪਾਂ ਨੂੰ ਵੀ ਪਤਾ ਹੈ, ਦਰਸ਼ਕਾਂ ਨੂੰ ਯਾਦ ਹੋਏਗਾ ਕਿ ਲਗਾਤਾਰ ਕੋਈ ਨਾ ਕੋਈ ਉਹਨਾਂ ਨੇ ਛੜਯੰਤਰ ਇਸ ਲਈ ਰਚੇ ਕਿ ਨਵਜੋਤ ਸਿੰਘ ਸਿੱਧੂ ਨੂੰ ਕਿਵੇਂ ਨਾ ਕਿਵੇਂ ਥੱਲੇ ਲਗਾਇਆ ਜਾਏ। ਉਹਨਾਂ ਨੂੰ ਜਿਹੜਾ ਹੈਗਾ ਜੋ ਹਾਈ ਕਮਾਂਡ ਲੱਗਦਾ ਸੀਗਾ ਕਿ ਉਹਨਾਂ ਨੂੰ ਮੌਕਾ ਦੇਏਗੀ, ਕੈਪਟਨ ਸਾਹਿਬ ਨੂੰ ਅੱਗੇ ਲਿਆਉਣ ਦਾ 22 ਦੇ ਵਿੱਚ ਚਿਹਰਾ ਬਣਾਏਗੀ, ਉਹਨਾਂ ਆਪਾਂ ਨੂੰ ਵੀ ਪਤਾ ਹੈ ਕਿ ਉਹ ਸਾਰੀ ਚੀਜ਼ ਦੇ ਉੱਤੇ ਪਾਣੀ ਫਿਰਦਾ ਨਜ਼ਰ ਆਇਆ। ਔਰ ਇਹਦੇ ਤੋਂ ਬਚਾਉਣ ਦੇ ਲਈ ਕੈਪਟਨ ਸਾਹਿਬ ਦੇ ਕੋਲੇ ਕੋਈ ਹੁਣ ਹੋਰ ਕੋਈ ਰਸਤਾ ਤਾਂ ਬਚਿਆ ਨਹੀਂ ਹੈ। ਇੱਕੋ ਇੱਕ ਹੁਣ ਸ਼ਕਤੀ ਹੈ, ਉਹ ਸ਼ਕਤੀ ਇਹ ਹੈ ਕਿ ਮੁੱਖ ਮੰਤਰੀ ਦੇ ਹੁੰਦੇ ਹੋਏ ਕੋਈ ਨਾ ਕੋਈ ਉਹ, ਜਿਵੇਂ ਹੁਣ ਅਗਲਾ ਮੌਨਸੂਨ ਦਾ ਜਿਹੜਾ ਵਿਧਾਨ ਸਭਾ ਸੈਸ਼ਨ ਹੋਣਾ, ਉਹਦੇ ਵਿੱਚ ਹੋ ਸਕਦਾ ਹੈ ਕਿ ਕੁਝ ਤਰਮੀਮਾਂ ਜਿਹੜੀਆਂ ਨੇ, ਕੁਝ ਨਵੇਂ ਕਾਨੂੰਨ ਜਿਹੜੇ ਨੇ ਉਹ ਲੈ ਕੇ ਲਿਆਂਦੇ ਜਾਣ। ਔਰ ਖਾਸ ਤੌਰ ਤੇ ਜਿਹੜਾ ਦਲਿਤ ਪੱਖੀ ਕੋ ਕਾਨੂੰਨ ਹੈ ਨਵਾਂ ਜੋ ਪਾਸ ਕੀਤਾ ਸੀ ਪਿਛਲੇ ਦਿਨਾਂ ਦੇ ਵਿੱਚ, ਉਸ ਨੂੰ ਪਾਸ ਕਰਾਇਆ ਜਾਏ। ਇਸੇ ਤਰ੍ਹਾਂ ਉਪ ਮੁੱਖ ਮੰਤਰੀ ਦਾ ਚਿਹਰਾ ਹੋ ਸਕਦਾ ਹੈ ਕਿ ਬਦਲ ਦਿੱਤਾ ਜਾਏ। ਇਸੇ ਤਰ੍ਹਾਂ ਜਿਹੜੇ ਦਲਿਤ ਮੰਤਰੀ ਨੇ ਉਹਨਾਂ ਦੀ ਗਿਣਤੀ ਦੇ ਵਿੱਚ ਵਾਧਾ ਕੀਤਾ ਜਾਏ। ਮੇਰਾ ਕਹਿਣ ਦਾ ਮਤਲਬ ਹੈ ਕਿ ਕਿਵੇਂ ਨਾ ਕਿਵੇਂ ਹੁਣ ਕੈਪਟਨ ਸਾਹਿਬ ਕੋਸ਼ਿਸ਼ ਕਰ ਰਹੇ ਨੇ ਕਿ ਮੇਰੀ ਜਿਹੜੀ ਇੱਕ ਤਰ੍ਹਾਂ ਦੀ ਭਲ ਸੀਗੀ ਕਾਂਗਰਸ ਦੇ ਵਿੱਚ ਜਾਂ ਪੰਜਾਬ ਦੇ ਵਿੱਚ, ਉਹਨੂੰ ਜੋ ਠੇਸ ਲੱਗੀ ਹੈ ਉਹਨੂੰ ਰਿਵਾਈਵ ਕੀਤਾ ਜਾਏ, ਉਹਨੂੰ ਦੁਬਾਰਾ ਨਵੇਂ ਸਿਰੇ ਤੋਂ ਖੜਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕੈਪਟਨ ਸਾਹਿਬ। ਪਰ ਆਪਾਂ ਜਦੋਂ ਦੇਖ ਰਹੇ ਹਾਂ ਕਿ ਰਾਜਪਾਲ ਨੂੰ ਜਦੋਂ ਮਿਲਦੇ ਨੇ ਤਾਂ ਰਾਜਪਾਲ ਦੇ ਨਾਲ ਵੀ ਉਹਨਾਂ ਦੇ ਕੋਈ ਜਿਹੜੇ ਸਬੰਧ ਨੇ ਉਹ ਸੁਖਾਵੇਂ ਨਹੀਂ ਰਹੇ ਪਿਛਲੇ ਦਿਨਾਂ ਦੇ ਵਿੱਚ। ਜਦੋਂ ਤੋਂ ਖਾਸ ਤੌਰ ਤੇ ਕਿਸਾਨਾਂ ਦਾ ਅੰਦੋਲਨ ਸ਼ੁਰੂ ਹੋਇਆ, ਕਿਸਾਨਾਂ ਦਾ ਸੰਘਰਸ਼ ਪੰਜਾਬ ਦੇ ਵਿੱਚ ਸ਼ੁਰੂ ਹੋਇਆ, ਤਾਂ ਉਸ ਸੰਘਰਸ਼ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਨੇ ਖਾਸ ਤੌਰ ਤੇ ਜਿਹੜੇ ਬੀਜੇਪੀ ਦੇ ਕਾਨੂੰਨ ਬਣਾਏ ਨੇ, ਮੋਦੀ ਸਰਕਾਰ ਨੇ ਕਾਨੂੰਨ ਬਣਾਏ ਨੇ, ਉਹਨਾਂ ਦਾ ਵਿਰੋਧ ਕੀਤਾ ਔਰ ਰਿਲਾਇੰਸ ਦੇ ਟਾਵਰਾਂ ਦਾ ਘਿਰਾਓ ਕੀਤਾ, ਜਾਂ ਹੋਰ ਜਿਹੜੇ ਨੇ ਵੱਖ-ਵੱਖ ਥਾਵਾਂ ਦੇ ਉੱਤੇ ਘਿਰਾਓ ਨਜ਼ਰ ਆਏ, ਸੰਘਰਸ਼ ਨਜ਼ਰ ਆਇਆ। ਤਾਂ ਉਸ ਨੂੰ ਲੈ ਕੇ ਵੀ ਕਿਉਂਕਿ ਜਿਹੜੇ ਰਾਜਪਾਲ ਨੇ ਉਹ ਬੀਜੇਪੀ ਦੇ, ਆਪਾਂ ਨੂੰ ਪਤਾ ਹੈ ਕਿ ਜਿਹਦੀ ਸੈਂਟਰ ਦੇ ਵਿੱਚ ਗਵਰਨਮੈਂਟ ਹੁੰਦੀ ਹੈ ਉਹਦੇ ਨੁਮਾਇੰਦੇ ਹੁੰਦੇ ਨੇ। ਸੋ ਇਸ ਕਰਕੇ ਉੱਥੇ ਵੀ ਕਿਤੇ ਨਾ ਕਿਤੇ ਟਕਰਾਓ ਦੀ ਸਥਿਤੀ ਜਿਹੜੀ ਸੀਗੀ ਬਣੀ ਹੋਈ ਸੀਗੀ। ਪਰ ਇਹਦੇ ਬਾਵਜੂਦ ਕੱਲ ਕੈਪਟਨ ਸਾਹਿਬ ਰਾਜਪਾਲ ਨੂੰ ਮਿਲੇ ਨੇ ਔਰ ਉਹ ਕੋਸ਼ਿਸ਼ ਕਰ ਰਹੇ ਨੇ ਕਿ ਮੇਰੀ ਜਿਹੜੀ ਖੁੱਸੀ ਹੋਈ ਜ਼ਮੀਨ ਹੈ ਇਸ ਵੇਲੇ ਪੰਜਾਬ ਦੀ ਕਾਂਗਰਸ ਦੇ ਵਿੱਚੋਂ ਜਾਂ ਪੰਜਾਬ ਦੇ ਵਿੱਚੋਂ, ਉਹਨੂੰ ਮੈਂ ਕਿਵੇਂ ਨਾ ਕਿਵੇਂ ਲੋਕਾਂ ਨੂੰ ਇਹ ਦੱਸ ਪਾਵਾਂ ਕਿ ਮੇਰੇ ਕੋਲ ਹਜੇ ਵੀ ਤਾਕਤ ਹੈ, ਮੈਂ ਹਜੇ ਵੀ ਕੈਬਨਿਟ ਮੰਤਰੀਆਂ ਦਾ ਫੇਰ ਬਦਲ ਕਰ ਸਕਦਾ ਹਾਂ, ਮੈਂ ਹਜੇ ਵੀ ਮੁੱਖ ਮੰਤਰੀ ਦਾ ਜਿਹੜਾ ਉਪ ਮੁੱਖ ਮੰਤਰੀ ਦਾ ਨਵਾਂ ਚਿਹਰਾ ਲੈ ਸਕਦਾ ਹਾਂ। ਮੇਰੇ ਕੋਲ ਹਲੇ ਮੈਂ ਖੋਡੇ ਲਾਈਨ ਨਹੀਂ ਲੱਗਿਆ। ਬਿਲਕੁਲ ਬਿਲਕੁਲ ਆਪਣੀ ਤਾਕਤ ਸ਼ੋ ਕਰ ਰਹੇ ਨੇ।
ਬਿਲਕੁਲ ਬਿਲਕੁਲ ਤੁਸੀਂ ਦੇਖੋਗੇ ਕਿ ਆਪਣੀ ਜਿਹੜਾ ਸ਼ਕਤੀ ਪ੍ਰਦਰਸ਼ਨ ਦੀ ਕੋਸ਼ਿਸ਼ ਅਗਲੇ ਦਿਨਾਂ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰਨਗੇ। ਸੋ ਹੋ ਸਕਦਾ ਹੈ ਕਿ ਕੁਝ ਸੰਵਿਧਾਨਕ ਨੁਕਤੇ ਜਿਹੜੇ ਨੇ ਰਾਜਪਾਲ ਦੇ ਨਾਲ ਸਾਂਝੇ ਕੀਤੇ ਹੋਣ, ਕਿਉਂਕਿ ਬ੍ਰਹਮ ਮਹਿੰਦਰਾ ਜੀ ਵੀ ਉਹਨਾਂ ਦੇ ਨਾਲ ਸੀਗੇ। ਔਰ ਕਿਉਂਕਿ ਉਹਨਾਂ ਨੂੰ ਆਪਾਂ ਨੂੰ ਪਤਾ ਹੈ ਕਿ ਬ੍ਰਹਮ ਮਹਿੰਦਰਾ ਜੀ ਜਦੋਂ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਸਾਰਾ ਪ੍ਰਧਾਨਗੀ ਦਾ ਮਸਲਾ ਚੱਲ ਰਿਹਾ ਸੀਗਾ, ਤਾਂ ਬ੍ਰਹਮ ਮਹਿੰਦਰਾ ਹੀ ਇੱਕੋ ਇੱਕ ਮੈਨੂੰ ਲੱਗਦਾ ਹੈ ਕਿ ਕੈਬਨਿਟ ਮੰਤਰੀ ਸੀ ਜਿਹੜੇ ਬਿਲਕੁਲ ਸਿੱਧੇ ਤੌਰ ਤੇ ਕੈਪਟਨ ਸਾਹਿਬ ਦੇ ਨਾਲ ਖੜੇ ਸੀਗੇ। ਸੋ ਆਪਾਂ ਨੂੰ ਵੀ ਪਤਾ ਹੈ ਕਿ ਉਹਨਾਂ ਦੇ ਬਿਆਨ ਜਦੋਂ ਆਪਾਂ ਯਾਦ ਕਰਦੇ ਹਾਂ ਤਾਂ ਬਿਆਨ ਦੇ ਵਿੱਚ ਇਹੀ ਕਿਹਾ ਸੀਗਾ ਕਿ ਮੈਂ ਕੈਪਟਨ ਸਾਹਿਬ ਦੇ ਨਾਲ ਹੀ ਖੜਾਂਗਾ। ਔਰ ਨਵਜੋਤ ਸਿੰਘ ਸਿੱਧੂ ਨੂੰ ਸਿਰਫ ਉਹਨਾਂ ਨੇ ਇੱਕ ਵਧਾਈ ਹੀ ਦਿੱਤੀ ਸੀ ਉੱਪਰੋਂ, ਪਰ ਅੰਦਰੋਂ ਜਿਹੜਾ ਸੀਗਾ ਉਹ ਉਸ ਕਿਸਮ ਦੀ ਜਿਹੜੀ ਜਿਸ ਕਿਸਮ ਦਾ ਉਹਨਾਂ ਨੇ ਜੈਸਚਰ ਕਰਨਾ ਚਾਹੀਦਾ ਸੀਗਾ ਬ੍ਰਹਮ ਜੀ ਨੂੰ, ਉਹ ਨਹੀਂ ਸੀ ਕੀਤਾ। ਸੋ ਉਸ ਨੂੰ ਨਾਲ ਲੈ ਕੇ ਆਪਾਂ ਇਸ ਵੇਲੇ ਦੇਖ ਸਕਦੇ ਹਾਂ ਕਿ ਬ੍ਰਹਮ ਮਹਿੰਦਰਾ ਜੀ ਔਰ ਕੈਪਟਨ ਸਾਹਿਬ ਦੀ ਜਿਹੜੀ ਬਿਲਕੁਲ ਖਾਸਮ ਖਾਸ ਦੀ ਜੋੜੀ ਆਪਾਂ ਕਹਿ ਸਕਦੇ ਹਾਂ ਕਿ ਇਸ ਵੇਲੇ ਜਿਹੜੇ ਦੋ ਪੰਜਾਬ ਦੇ ਮੰਤਰੀ ਨੇ, ਦੋ ਮੁੱਖ ਸ਼ਖਸੀਅਤਾਂ ਨੇ ਜਿਹੜੀਆਂ ਕਿ ਕਾਂਗਰਸ ਦੇ ਵਿੱਚ ਆਪਣੇ ਆਪ ਨੂੰ ਦੁਬਾਰਾ ਰਿਵਾਈਵ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਇਸੇ ਤਰ੍ਹਾਂ ਬ੍ਰਹਮ ਮਹਿੰਦਰਾ ਵੀ ਆਪਾਂ ਨੂੰ ਪਤਾ ਹੈ ਕਿ ਹੁਣ ਜਿਹੜਾ ਹੈਗਾ ਆਖਰੀ ਉਹਨਾਂ ਦਾ ਜਿਹੜਾ ਹੈਗਾ ਇਹ ਪਾਰੀ ਖੇਡੀ ਜਾ ਰਹੀ ਹੈ। ਔਰ ਅਗਲੀ ਪਾਰੀ ਜਿਹੜੀ ਹੈਗੀ ਹੈ ਬ੍ਰਹਮ ਮਹਿੰਦਰਾ ਦੀ ਇੱਛਾ ਹੈ ਕਿ ਉਹਨਾਂ ਦਾ ਬੇਟਾ ਅਗਲੇ ਦਿਨਾਂ ਦੇ ਵਿੱਚ ਅਗਲੀ ਪਾਰੀ ਉਹ ਖੇਡੇ। ਸੋ ਇਸੇ ਕਰਕੇ ਤੁਸੀਂ ਦੇਖੋਗੇ ਕਿ ਕੈਪਟਨ ਸਾਹਿਬ ਵੀ ਇਹ ਚਾਹੁੰਦੇ ਨੇ ਕਿ 22 ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਅਗਲੀਆਂ ਪੀੜ੍ਹੀਆਂ ਨੇ ਉਹ ਅੱਗੇ ਆਉਣ। ਔਰ ਮੈਨੂੰ ਇਹ ਲੱਗਦਾ ਹੈ ਕਿ ਇਹਦੇ ਨਾਲ ਕੀ ਹੋ ਰਿਹਾ ਹੈ, ਇਹਦੇ ਨਾਲ ਪੰਜਾਬ ਦਾ ਨੁਕਸਾਨ ਵੀ ਹੋ ਰਿਹਾ ਹੈ, ਕਾਂਗਰਸ ਦਾ ਵੀ ਨੁਕਸਾਨ ਹੋ ਰਿਹਾ। ਜਦੋਂ ਤੁਸੀਂ ਸਿਰਫ ਇਦਾਂ ਦੇ ਜਿਹੜੇ ਨੇ ਇਦਾਂ ਦੇ ਗੱਲਾਂ ਕਰਦੇ ਹੋ ਕਿ ਹੁਣ ਫਲਾਣਾ ਬੰਦਾ ਅੱਗੇ ਨਹੀਂ ਆਉਣਾ ਚਾਹੀਦਾ ਔਰ ਨਵਿਆਂ ਨੂੰ ਵਾਰੀ ਨਹੀਂ ਦਿੱਤੀ ਜਾਣੀ ਚਾਹੀਦੀ, ਜਦੋਂ ਇਸ ਤਰ੍ਹਾਂ ਦੀ ਗੱਲ ਹੋ ਜਾਏ ਤਾਂ ਲਾਜ਼ਮੀ ਤੌਰ ਤੇ ਮੈਨੂੰ ਲੱਗਦਾ ਹੈ ਕਿ ਇਹਦੇ ਨਾਲ ਪਾਰਟੀ ਦਾ ਵੀ ਨੁਕਸਾਨ ਹੁੰਦਾ ਹੈ। ਸਗੋਂ ਸਿਰਫ ਪਾਰਟੀ ਦਾ ਨਹੀਂ, ਮੈਨੂੰ ਲੱਗਦਾ ਪੰਜਾਬ ਦਾ ਵੀ ਨੁਕਸਾਨ ਹੋ ਚੁੱਕਿਆ 4.5 ਸਾਲਾਂ ਦੇ ਵਿੱਚ। ਜਿਸ ਕਿਸਮ ਦੇ ਡਿਸੀਜਨ ਆਏ ਨੇ, ਜਿਸ ਕਿਸਮ ਦੇ ਫੈਸਲੇ 4.5 ਸਾਲ ਦੇ ਵਿੱਚ ਗਵਰਨਮੈਂਟ ਨੇ ਲਏ ਨੇ ਜਾਂ ਨਹੀਂ ਲਏ ਜਿਹੜੇ ਫੈਸਲੇ, ਉਹਨਾਂ ਕਰਕੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ, ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋਇਆ। ਜੀ ਸੁਖਵਿੰਦਰ ਜੀ। ਡਾਕਟਰ ਸਾਹਿਬ, ਅਜਿਹੀਆਂ ਕਿਆਸਾਰੀਆਂ ਕਿਉਂ ਲਗਾਈਆਂ ਜਾ ਰਹੀਆਂ ਨੇ? ਕੀ ਹੋ ਸਕਦਾ ਹੈ ਕਿ ਬੀਜੇਪੀ ਦਾ ਸੁਨੇਹਾ ਆਇਆ ਹੋਵੇ ਕੋਈ ਕੈਪਟਨ ਨੂੰ? ਅਜਿਹੀਆਂ ਕਿਆਸਾਰੀਆਂ ਕਿਉਂ ਲਗਾਈਆਂ ਜਾ ਰਹੀਆਂ? ਕਿਉਂਕਿ ਪਿਛਲੇ ਦਿਨੀ ਜਿਹੜੀਆਂ ਵਿਰੋਧੀਆਂ ਦੇ ਵੱਲੋਂ ਗੱਲਾਂ ਬਾਤਾਂ ਵੀ ਹੋ ਰਹੀਆਂ ਸੀ ਕਿ ਕੈਪਟਨ ਅਮਰਿੰਦਰ ਸਿੰਘ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਦੇ ਇਸ਼ਾਰੇ ਤੇ ਘੱਟ ਤੇ ਮੋਦੀ ਦੇ ਜ਼ਿਆਦਾ ਇਸ਼ਾਰੇ ਤੇ ਕੰਮ ਕਰਦੇ ਨੇ। ਇਹੀ ਕਾਰਨ ਹੋ ਸਕਦਾ ਹੈ ਕਿ ਜਿਹਦੇ ਕਰਕੇ ਕਿਆਸਾਰੀਆਂ ਲਗਾਈਆਂ ਜਾ ਰਹੀਆਂ ਨੇ ਕਿ ਪੰਜਾਬ ਦੇ ਅੰਦਰ ਆਪਣੀ ਖੁਦ ਦੀ ਸਿਆਸੀ ਜ਼ਮੀਨ ਨੂੰ ਬਚਾਉਣ ਦੇ ਲਈ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਦਾ ਸਹਾਰਾ ਲੈਣਾ ਚਾਹੁੰਦੇ ਹੋਣ, ਇਸੇ ਕਰਕੇ ਕਿਆਸਾਰੀਆਂ ਲਗਾਈਆਂ ਜਾ ਰਹੀਆਂ ਨੇ। ਬਿਲਕੁਲ ਸੁਖਵਿੰਦਰ ਜੀ, ਜਿਹੜੀ ਮੈਂ ਗੱਲ ਕਹਿ ਰਿਹਾ ਕਿ ਪਿਛਲੇ 4.5 ਸਾਲਾਂ ਤੋਂ ਕੁਝ ਫੈਸਲੇ ਜਿਹੜੇ ਨੇ ਮੁੱਖ ਮੰਤਰੀ ਹੋਰਾਂ ਨੇ ਲਏ ਨੇ ਜਾਂ ਕੁਝ ਨਹੀਂ ਲਏ, ਇਹ ਜਿਹੜੇ ਫੈਸਲੇ ਲਏ ਨੇ ਜਾਂ ਕੁਝ ਨਹੀਂ ਲਏ, ਜਿਹੜੇ ਲੈਣੇ ਬਣਦੇ ਸੀ ਉਹਨਾਂ ਨੂੰ, ਇਹਦੇ ਪਿੱਛੇ ਵੀ ਆਪਾਂ ਇਹੀ ਇਸ਼ਾਰਾ ਹੋ ਰਿਹਾ ਕਿ ਇਹ ਜਿਹੜੇ ਫੈਸਲੇ ਲੈਣੇ ਬਣਦੇ ਸੀਗੇ, ਵੱਡੇ ਫੈਸਲੇ ਉਹਨਾਂ ਨੂੰ ਚਾਹੀਦਾ ਸੀ ਲੈਣੇ, ਉਹ ਕਿਤੇ ਨਾ ਕਿਤੇ ਜਿਹੜੀ ਵਿਰੋਧੀ ਧਿਰਾਂ ਨੇ ਉਹ ਇਹ ਮੰਨਦੀਆਂ ਨੇ ਕਿ ਇਹਦੇ ਪਿੱਛੇ ਜਿਹੜੀ ਮੋਦੀ ਸਰਕਾਰ ਹੈ ਬੀਜੇਪੀ ਦੀ ਸੈਂਟਰ ਦੇ ਵਿੱਚ, ਕਿਤੇ ਨਾ ਕਿਤੇ ਉਹਦੇ ਨਾਲ ਸਾਂਝ ਪਿਆਲੀ ਜ਼ਰੂਰ ਨਜ਼ਰ ਆਉਂਦੀ ਹੈ। ਇਹਦੀਆਂ ਤਾਰਾਂ ਉੱਥੇ ਵੀ ਜੁੜਦੀਆਂ ਜਦੋਂ 17 ਦੇ ਵਿੱਚ ਕੈਪਟਨ ਸਾਹਿਬ ਨੂੰ ਮੁੱਖ ਮੰਤਰੀ ਦਾ ਚਿਹਰਾ ਨਹੀਂ ਸੀ ਬਣਾਇਆ ਜਾ ਰਿਹਾ, ਬਾਰ-ਬਾਰ ਉਹ ਕੋਸ਼ਿਸ਼ ਕਰਦੇ ਸੀਗੇ, ਤਾਂ ਲੋਕਾਂ ਨੇ ਜਾਂ ਖਾਸ ਤੌਰ ਤੇ ਜਿਹੜੇ ਉਸ ਵੇਲੇ ਦੇ ਪੱਤਰਕਾਰ ਨੇ ਜਾਂ ਹੋਰ ਜਿਹੜੇ ਵੱਖ-ਵੱਖ ਧਿਰਾਂ ਨੇ, ਉਹਨਾਂ ਨੇ ਕਿਆਸ ਰਾਈਆਂ ਇਹ ਵੀ ਕੀਤੀਆਂ ਸੀਗੀਆਂ ਕਿ ਸ਼ਾਇਦ ਕੈਪਟਨ ਸਾਹਿਬ ਉਸ ਵੇਲੇ 17 ਦੇ ਵਿੱਚ ਬੀਜੇਪੀ ਦੇ ਨਾਲ ਚਲੇ ਜਾਣ। ਸੋ ਉੱਥੋਂ ਵੀ ਜਿਹੜਾ ਹੈਗਾ ਕਈ ਤਰ੍ਹਾਂ ਦੇ ਲਿੰਕ ਜੁੜੇ ਨਜ਼ਰ ਆਉਂਦੇ ਨੇ। ਸੋ ਕਹਿਣ ਦਾ ਮਤਲਬ ਹੈ ਕਿ ਇਹ ਕੋਈ ਏਦਾਂ ਨਹੀਂ ਕਿ ਆਪਣੇ ਆਪ ਹੀ ਜਿਹੜੀਆਂ ਗੱਲਾਂ ਹੋ ਰਹੀਆਂ ਨੇ, ਇਹਦੇ ਪਿੱਛੇ ਕੋਈ ਨਾ ਕੋਈ ਲਿੰਕ, ਇਸ਼ਾਰੇ ਜਿਹੜੇ ਨੇ ਜ਼ਰੂਰ ਨਜ਼ਰ ਆ ਰਹੇ ਨੇ। ਕਿਉਂਕਿ ਆਪਾਂ ਨੂੰ ਪਤਾ ਹੈ ਕਿ ਪਿਛਲੇ 4.5 ਸਾਲਾਂ ਦੇ ਵਿੱਚ ਕੈਪਟਨ ਸਾਹਿਬ ਨੇ ਜਿਸ ਕਿਸਮ ਦੇ ਫੈਸਲੇ ਲੈਣੇ ਸੀ ਉਹ ਨਹੀਂ ਲਏ। ਸੋ ਉਹਦੇ ਪਿੱਛੇ ਵੀ ਜਿਹੜੇ ਨੇ ਕਾਰਨ ਕਿਤੇ ਨਾ ਕਿਤੇ ਤਾਰਾਂ ਜਿਹੜੀਆਂ ਜੁੜੀਆਂ ਬੀਜੇਪੀ ਦੇ ਨਾਲ ਨਜ਼ਰ ਆਉਂਦੀਆਂ ਨੇ। ਸੋ ਉਹਦਾ ਨਤੀਜਾ ਇਹ ਵੀ ਨਿਕਲਿਆ ਹੈ, ਤੁਹਾਨੂੰ ਇੱਕ ਯਾਦ ਹੋਏਗਾ ਰਾਹੁਲ ਜੀ ਦਾ ਜਿਹੜਾ ਟਵੀਟ ਉਹਨਾਂ ਨੇ ਕੀਤਾ ਸੀਗਾ, ਇੱਕ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੇ ਲੋਕ ਪਾਰਟੀ ਦੇ ਵਿੱਚ, ਕਾਂਗਰਸ ਪਾਰਟੀ ਦੇ ਵਿੱਚ RSS ਤੋਂ ਡਰਦੇ ਨੇ ਉਹ ਪਾਰਟੀ ਛੱਡ ਦੇਣ ਔਰ ਮੈਨੂੰ ਕੋਈ ਪਰਵਾਹ ਨਹੀਂ ਹੈ। ਕਿਤੇ ਨਾ ਕਿਤੇ ਉਹ ਟਵੀਟ ਵੀ ਤੁਸੀਂ ਯਾਦ ਕਰੋ ਕਿ ਜਦੋਂ ਉਸ ਵੇਲੇ ਕੈਪਟਨ ਸਾਹਿਬ ਦੇ ਪਰ ਕੱਟੇ ਜਾ ਰਹੇ ਸੀਗੇ, ਉਹਨਾਂ ਨੂੰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਖੁੱਡੇ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ, ਇਹ ਟਵੀਟ ਉਸ ਵੇਲੇ ਆਇਆ ਸੀਗਾ। ਸੋ ਉਸ ਦਾ ਕਿਤੇ ਨਾ ਕਿਤੇ ਲਿੰਕ ਜਿਹੜਾ ਸੀਗਾ ਉਹ ਕੈਪਟਨ ਸਾਹਿਬ ਨਾਲ ਜੋੜ ਕੇ ਵੀ ਦੇਖਿਆ ਜਾਂਦਾ ਸੀਗਾ ਉਸ ਵੇਲੇ। ਸੋ ਉਸ ਚੀਜ਼ ਨੂੰ ਵੀ ਆਪਾਂ ਵੇਖਦੇ ਹਾਂ ਕਿ ਕਾਂਗਰਸ ਨੂੰ ਵੀ ਇਸ ਗੱਲ ਦਾ ਸ਼ਾਇਦ ਪਤਾ ਹੋਵੇ ਕਿ
ਕੈਪਟਨ ਸਾਹਿਬ ਦਾ ਜਿਹੜਾ ਹੈਗਾ ਉਹ ਬਹੁਤ ਬੈਲੈਂਸ ਨਾਲ ਚੱਲਦੇ ਨੇ। ਉਹ ਬੀਜੇਪੀ ਦੀ ਵੀ ਉਹਨਾਂ ਵੱਲ ਵੀ ਕਿਤੇ ਨਾ ਕਿਤੇ ਡੱਕਾ ਸੁੱਟਦੇ ਨਜ਼ਰ ਆਉਂਦੇ ਨੇ, ਔਰ ਕਿਤੇ ਨਾ ਕਿਤੇ ਉਹ ਕਾਂਗਰਸ ਦੇ ਵੱਲ ਵੀ ਜਿਹੜਾ ਹੈਗਾ ਝੁਕਦੇ ਨਜ਼ਰ ਆਉਂਦੇ ਨੇ। ਸੋ ਕਹਿਣ ਦਾ ਮਤਲਬ ਹੈ ਕਿ ਕੈਪਟਨ ਸਾਹਿਬ ਦੀ ਜਿਹੜੀ ਪੋਜੀਸ਼ਨ ਹੈ ਇਸ ਵੇਲੇ ਉਹ ਬਹੁਤ ਹੀ ਡਾਵਾਡੋਲ ਦੀ ਸਥਿਤੀ ਦੇ ਵਿੱਚ ਹੈ, ਔਰ ਕੁਝ ਵੀ ਹੋ ਸਕਦਾ ਹੈ ਕਿ ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਹਾਈ ਕਮਾਂਡ ਮੇਰੇ ਪੱਖ ਦੇ ਵਿੱਚ ਕੋਈ ਫੈਸਲੇ ਨਹੀਂ ਲੈ ਰਹੀ, ਤਾਂ ਹੋ ਸਕਦਾ ਹੈ ਕਿ ਅੰਦਰ ਖਾਤੇ ਕਿਤੇ ਨਾ ਕਿਤੇ ਬੀਜੇਪੀ ਨੂੰ ਫਾਇਦਾ ਦੇਣ ਦੀ ਕੋਸ਼ਿਸ਼ ਕੀਤੀ ਜਾਵੇ ਆਉਣ ਵਾਲੇ ਦਿਨਾਂ ਦੇ ਵਿੱਚ। ਔਰ ਜਿੰਨਾ ਵੀ ਕੈਪਟਨ ਸਾਹਿਬ ਦੀ ਕੋਟਰੀ ਹੈ, ਕੈਪਟਨ ਸਾਹਿਬ ਦਾ ਗਰੁੱਪ ਹੈ, ਉਹ ਕਿਤੇ ਨਾ ਕਿਤੇ ਹੋ ਸਕਦਾ ਹੈ ਕਿ ਬੀਜੇਪੀ ਵੱਲ ਝੁਕੇ ਔਰ 22 ਦੀਆਂ ਚੋਣਾਂ ਦੇ ਵਿੱਚ ਇਹਦਾ ਫਾਇਦਾ ਬੀਜੇਪੀ ਨੂੰ ਹੋ ਸਕਦਾ ਹੈ। ਸੋ ਇਦਾਂ ਦੀ ਵੀ ਕੋਸ਼ਿਸ਼ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦੀ ਹੈ, ਕਿਉਂਕਿ ਬੀਜੇਪੀ ਵੀ ਆਪਣੀ ਇੱਕ ਜ਼ਮੀਨ ਤਲਾਸ਼ ਰਹੀ ਹੈ 22 ਦੇ ਵਿੱਚ ਪੰਜਾਬ ਦੇ ਵਿੱਚ। ਉਹਨੂੰ ਵੀ ਕੋਈ ਚੰਗੇ ਚਿਹਰੇ ਚਾਹੀਦੇ ਨੇ, ਉਹਨੂੰ ਵੀ ਸਿੱਖ ਚਿਹਰੇ ਚਾਹੀਦੇ ਨੇ, ਔਰ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਉਹ ਕੋਸ਼ਿਸ਼ ਦੇ ਵਿੱਚ ਹੈ ਕਿ ਕਿਵੇਂ ਨਾ ਕਿਵੇਂ ਦੂਜੀਆਂ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਨੇ, ਵੱਡੇ ਲੀਡਰ ਨੇ, ਉਹਨਾਂ ਨੂੰ ਆਪਣੀ ਪਾਰਟੀ ਦੇ ਵਿੱਚ ਰਲਾਇਆ ਜਾਏ, ਤਾਂ ਕਿ 22 ਦੀਆਂ ਜਿਹੜੀਆਂ ਚੋਣਾਂ ਹੋਣਗੀਆਂ ਬੀਜੇਪੀ ਉਸ ਨੂੰ ਚੰਗੀ ਤਰੀਕੇ ਨਾਲ ਘੱਟੋ ਘੱਟ ਆਪਣੀ ਜਿਹੜੀ ਹੈਗੀ ਜ਼ਮਾਨਤਾਂ ਜ਼ਰੂਰ ਬਚਾ ਸਕੇ। ਇਦਾਂ ਦੀ ਉਹਦੀ ਕੋਸ਼ਿਸ਼ ਹੋਏਗੀ ਇਸ ਵੇਲੇ ਬੀਜੇਪੀ ਦੀ, ਕਿ ਉਹ ਤਾਂ ਹੀ ਹੋ ਸਕਦੀ ਹੈ ਕਿ ਜੇਕਰ ਇਦਾਂ ਦੇ ਲੀਡਰ ਬੀਜੇਪੀ ਦੇ ਵਿੱਚ ਸ਼ਾਮਲ ਕੀਤੇ ਜਾ ਸਕਦੇ ਹੋਣ, ਜਿਹੜੇ ਨੇ ਚਾਹੇ ਉਹ ਕਾਂਗਰਸ ਚੋਂ ਆਉਣ, ਚਾਹੇ ਅਕਾਲੀ ਦਲ ਚੋਂ ਹੋਣ, ਚਾਹੇ ਦੂਜੀਆਂ ਪਾਰਟੀਆਂ ਦੇ ਵਿੱਚ ਜਿਹੜੇ ਲੀਡਰ ਨੇ। ਕੱਲ ਵੀ ਉਹਨਾਂ ਨੇ ਬਲਵੰਤ ਰਾਮੂਵਾਲੀਆ ਹੋਰਾਂ ਦੀ ਬੇਟੀ ਨੂੰ ਸ਼ਾਮਲ ਕੀਤਾ ਹੈ, ਔਰ ਉਹਦੀ ਬੜੀ ਚਰਚਾ ਵੀ ਹੋਈ ਹੈ। ਸੋ ਇਸ ਕਰਕੇ ਬੀਜੇਪੀ ਦੀ ਇਸ ਵੇਲੇ ਕੋਸ਼ਿਸ਼ ਵੀ ਇਹੀ ਹੈ, ਔਰ ਕਿਉਂਕਿ ਰਾਜਪਾਲ ਜਿਹੜੇ ਨੇ ਬੀਜੇਪੀ ਦੇ ਨੁਮਾਇੰਦੇ ਨੇ, ਕਿਤੇ ਨਾ ਕਿਤੇ ਤੁਸੀਂ ਦੇਖੋਗੇ ਕਿ 22 ਦੀਆਂ ਚੋਣਾਂ ਨੂੰ ਲੈ ਕੇ ਵੀ ਇਹਨੂੰ ਅਸੀਂ ਤਿਆਰੀ ਦੀਆਂ ਸ਼ੁਰੂਆਤ ਕਹਿ ਸਕਦੇ ਹਾਂ, ਕਿ ਹੋ ਸਕਦਾ ਹੈ ਕਿ 22 ਦੇ ਵਿੱਚ ਇਹ ਸ਼ੁਰੂਆਤ ਜਿਹੜੀ ਕਿ ਅੰਦਰ ਖਾਤੇ ਚੱਲ ਰਹੀ ਹੈ ਉਹ ਕਰ ਦਿੱਤੀ ਗਈ ਹੋਵੇ ਬੀਜੇਪੀ ਦੇ ਰਾਹੀਂ। ਜੀ ਸੁਖਵਿੰਦਰ ਜੀ। ਡਾਕਟਰ ਸਾਹਿਬ, ਹੁਣ ਅਗਲੀ ਖਬਰ ਦਾ ਆਪਾਂ ਰੁਕ ਕਰੀਏ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਹੋਰਾਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਤਲਬ ਕੀਤਾ ਗਿਆ ਰੰਧਾਵਾ, ਗਿੱਲ, ਬਾਜਵਾ, ਕਿੱਕੀ ਢਿੱਲੋਂ ਤੇ ਨਾਲ ਹੀ ਨਾਲ ਜਿਹੜੇ ਕੁਲਬੀਰ ਸਿੰਘ ਜੀਰਾ ਨੇ। ਮੈਂ ਕੋਈ ਪੂਰੇ ਨਾਮ ਦੱਸਦੇ ਹਾਂ ਕਿ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਕਿੱਕੀ ਢਿੱਲੋਂ, ਹਰਮਿੰਦਰ ਸਿੰਘ ਗਿੱਲ ਤੇ ਕੁਲਬੀਰ ਸਿੰਘ ਜੀਰਾ ਨੂੰ ਤਲਬ ਕੀਤਾ ਗਿਆ। ਪਹਿਲਾਂ ਇਹਨਾਂ ਨੂੰ 2 ਤਰੀਕ ਨੂੰ ਯਾਨੀ 2 ਅਗਸਤ ਨੂੰ ਤਲਬ ਕੀਤਾ ਗਿਆ ਸੀ ਤੇ ਇਹ ਪਹੁੰਚਿਆ ਨਹੀਂ ਕੋਈ ਉਹਨਾਂ ਦੇ ਕੋਲ ਪੇਸ਼ ਹੋਣ ਦੇ ਲਈ, ਤੇ ਹੁਣ ਜਿਹੜਾ ਇਹਨਾਂ ਨੂੰ 11 ਅਗਸਤ ਨੂੰ ਦੁਬਾਰਾ ਤੋਂ ਤਲਬ ਕੀਤਾ ਗਿਆ, ਪੇਸ਼ ਹੋਣ ਦਾ ਇੱਕ ਮੌਕਾ ਦਿੱਤਾ ਗਿਆ। ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜੇਕਰ ਨਹੀਂ ਇਹ ਪੇਸ਼ ਹੁੰਦੇ ਤਾਂ ਇਹਨਾਂ ਤੇ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਊਗੀ। ਡਾਕਟਰ ਸਾਹਿਬ, ਮੈਂ ਚਾਹੁੰਦਾ ਕਿ ਇੱਕ ਵਾਰੀ ਆਪਾਂ ਆਪਣੇ ਦਰਸ਼ਕਾਂ ਨੂੰ ਮਾਮਲਾ ਸਮਝਾ ਦਈਏ ਕਿ ਕਿਸ ਮਾਮਲੇ ਦੇ ਵਿੱਚ ਇਹਨਾਂ ਨੂੰ ਤਲਬ ਕੀਤਾ ਗਿਆ, ਆਖਿਰ ਗੱਲਬਾਤ ਹੋਈ ਕੀ ਸੀ। ਸੁਖਵਿੰਦਰ ਜੀ, ਦੇਖੋ ਇਹਦੇ ਬਾਰੇ ਰੰਧਾਵਾ ਸਾਹਿਬ ਜਿਹੜੇ ਕਿ ਇਸ ਵੇਲੇ ਵੀ ਮੰਤਰੀ ਨੇ ਕਾਂਗਰਸ ਦੇ ਵਿੱਚ, ਉਹ ਲਗਾਤਾਰ ਇਹ ਗੱਲ ਕਹਿੰਦੇ ਆਏ ਨੇ ਕਿ ਜਦੋਂ ਇਹ ਧਰਨਾ ਚੱਲ ਰਿਹਾ ਸੀਗਾ, ਬਰਗਾੜੀ ਕਾਂਡ ਦਾ ਮਸਲਾ ਭਖਿਆ ਹੋਇਆ ਸੀਗਾ ਔਰ ਬਹੁਤ ਵੱਡਾ ਧਰਨਾ ਜਿਹੜਾ ਸੀਗਾ ਚਲਾਇਆ ਜਾ ਰਿਹਾ ਸੀ ਇਹਨਾਂ ਸਿੱਖ ਲੀਡਰਾਂ ਦੇ ਵੱਲੋਂ, ਪੰਥਕ ਲੀਡਰਾਂ ਦੇ ਵੱਲੋਂ, ਤਾਂ ਉਸ ਵੇਲੇ ਕੈਪਟਨ ਸਾਹਿਬ ਜਦੋਂ ਸੱਤਾ 'ਚ ਆਏ ਸੀਗੇ ਸ਼ੁਰੂ ਦੇ ਵਿੱਚ 17 ਦੇ ਵਿੱਚ, ਤਾਂ ਕੈਪਟਨ ਸਾਹਿਬ ਨੇ ਇਹਨਾਂ 5 ਬੰਦਿਆਂ ਦੀ ਡਿਊਟੀ ਲਾਈ ਸੀ ਕਿ ਤੁਸੀਂ ਧਰਨੇ ਦੇ ਵਿੱਚ ਜਾਓ, ਧਰਨਾਕਾਰੀਆਂ ਨੂੰ ਮਿਲੋ ਤੇ ਫਲਾਣੀਆਂ ਗੱਲਾਂ ਹੀ ਤੁਸੀਂ ਕਹਿਣੀਆਂ ਨੇ। ਤੁਹਾਨੂੰ ਯਾਦ ਹੋਏਗਾ ਕਿ ਸੁਖੀ ਰੰਧਾਵਾ ਜੀ ਬਾਰ-ਬਾਰ ਇਹ ਗੱਲ ਕਹਿੰਦੇ ਨੇ ਆਪਣੀ ਇੰਟਰਵਿਊ ਦੇ ਵਿੱਚ ਕਿ ਸਾਨੂੰ ਕੈਪਟਨ ਸਾਹਿਬ ਨੇ ਬਕਾਇਦਾ ਤੌਰ ਤੇ ਭੇਜਿਆ ਸੀਗਾ ਔਰ ਸਾਨੂੰ ਇਹ ਡਿਕਟੇਟ ਕੀਤੀਆਂ ਸੀ ਗੱਲਾਂ ਕਿ ਆਹੀ ਗੱਲਾਂ ਤੁਸੀਂ ਧਰਨਾਕਾਰੀਆਂ ਨੂੰ ਕਹਿਣੀਆਂ ਨੇ ਔਰ ਉਹਨਾਂ ਦਾ ਜਿਹੜਾ ਧਰਨਾ ਹੈ ਉਹ ਚੁਕਾਉਣਾ ਹੈ ਔਰ ਉਹਨਾਂ ਨਾਲ ਵਾਅਦਾ ਕਰਕੇ ਆਉਣਾ ਫਲਾਣੀ ਗੱਲ ਦਾ ਕਿ ਅਸੀਂ ਇਹ ਗੱਲਾਂ ਕਰਾਂਗੇ, ਸਾਡੀ ਹੁਣ ਸਰਕਾਰ ਆ ਚੁੱਕੀ ਹੈ, ਅਸੀਂ ਇਹ ਮਸਲੇ ਹੱਲ ਕਰਾਂਗੇ ਤੁਹਾਡੇ। ਪਰ ਰੰਧਾਵਾ ਸਾਹਿਬ ਦੀ ਵੀ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਨੇ ਵੀ ਕਿਹਾ ਕਿ 4.5 ਸਾਲ ਹੋ ਗਏ, ਇਹ ਮੈਨੂੰ ਲੱਗਦਾ ਕਿ ਪੰਥਕ ਧਿਰਾਂ ਵੀ ਜਾਣਦੀਆਂ ਨੇ ਔਰ ਪੰਜਾਬ ਦੇ ਲੋਕ ਵੀ ਜਾਣਦੇ ਨੇ ਕਿ ਉਹ ਜਿਹੜੇ ਵਾਅਦੇ ਕਰਕੇ ਆਏ ਸੀਗੇ ਇਹ 5 ਲੋਕ ਉਹਨਾਂ ਦੇ ਨਾਲ, ਤਾਂ ਉਹ ਵਾਅਦੇ ਪੂਰੇ ਨਹੀਂ ਹੋਏ। ਇਸ ਵੇਲੇ ਆਪਾਂ ਨੂੰ ਵੀ ਪਤਾ ਹੈ ਕਿ ਸਿੱਟ ਤੇ ਸਿੱਟ ਨਵੀਂ ਸਿੱਟ ਬਣ ਗਈ, ਪਹਿਲਾਂ ਕਮਿਸ਼ਨ ਬਣੇ ਬਰਗਾੜੀ ਕਾਂਡ ਦੇ ਉੱਤੇ ਔਰ ਕੋਟਕਪੂਰਾ ਗੋਲੀ ਕਾਂਡ ਦੇ ਉੱਤੇ, ਲਗਾਤਾਰ ਮਤਲਬ ਇੱਕ ਤੋਂ ਬਾਅਦ ਇੱਕ ਜਿਹੜੀਆਂ ਨੇ ਚੀਜ਼ਾਂ ਉਲਝਦੀਆਂ ਜਾ ਰਹੀਆਂ ਨੇ ਲਗਾਤਾਰ, ਔਰ ਇਸੇ ਲਈ ਉਲਝਦੀਆਂ ਜਾ ਰਹੀਆਂ ਨੇ ਕਿਉਂਕਿ ਨੀਤ ਔਰ ਨੀਤੀ ਸਰਕਾਰ ਦੀ ਸਾਫ਼ ਦਿਖਾਈ ਨਹੀਂ ਦੇ ਰਹੀ। ਇਸ ਚੀਜ਼ ਨੂੰ ਲੈ ਕੇ ਇਹ ਜਿਹੜੇ ਪੰਥਕ ਧਿਰਾਂ ਨੇ ਜਾਂ ਇਹਦੇ ਵਿੱਚ ਜਿਹੜੇ ਵੱਡੇ ਲੀਡਰ ਨੇ ਉਹ ਬਾਰ-ਬਾਰ ਇਹ ਮੰਗ ਕਰਦੇ ਨੇ ਕਿ ਸਾਡੇ ਨਾਲ ਜਿਹੜੇ ਵਾਅਦੇ ਕੀਤੇ ਸੀ ਉਸ ਵੇਲੇ ਕਿ ਅਸੀਂ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰਕੇ ਦੇਵਾਂਗੇ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ, ਤਾਂ ਹਜੇ 4.5 ਸਾਲ ਹੋ ਗਏ ਤੁਹਾਡੀ ਸਰਕਾਰ ਬਣੀ ਨੂੰ, ਤੁਸੀਂ ਕਿਉਂ ਨਹੀਂ ਇਹ ਕੀਤੇ? ਇਹਦਾ ਮਤਲਬ ਤੁਸੀਂ ਵਾਅਦਾ ਖਿਲਾਫੀ ਕੀਤੀ ਹੈ। ਸੋ ਉਸ ਮਸਲੇ ਦੇ ਵਿੱਚ ਪਹਿਲਾਂ ਇਹਨਾਂ ਨੂੰ 2 ਅਗਸਤ ਨੂੰ ਬੁਲਾਇਆ ਗਿਆ, ਹੁਣ ਇਹਨਾਂ ਨੂੰ ਇੱਕ ਨਵੀਂ ਤਰੀਕ ਹੋਰ ਦਿੱਤੀ ਹੈ।
ਸੋ ਹੋ ਸਕਦਾ ਹੈ ਕਿ ਇਹ ਆਪਣੀ ਸਲਾਹ ਕਰਕੇ ਜੇ ਜਾਣ, ਇਹਦੇ ਬਾਰੇ ਆਪਾਂ ਨਹੀਂ ਕੁਝ ਕਹਿ ਸਕਦੇ ਕਿ ਕੀ ਇਹਨਾਂ ਦਾ ਫੈਸਲਾ ਹੋਏਗਾ। ਪਰ ਲੋਕ ਇਹ ਸਮਝਦੇ ਨੇ, ਜਿਵੇਂ ਪਿਛਲੇ ਦਿਨਾਂ ਦੇ ਵਿੱਚ ਇਹ ਸਾਰਾ ਚੀਜ਼ਾਂ ਨੂੰ ਆਪਾਂ ਨੇ ਦੇਖਿਆ ਹੈ ਕਿ ਇਹਦੇ ਉੱਤੇ ਰਾਜਨੀਤੀ ਹੀ ਹੋ ਰਹੀ ਹੈ। ਇਹਦੇ ਉੱਤੇ, ਇਸ ਮਸਲੇ ਦੇ ਉੱਤੇ ਬਕਾਇਦਾ ਤੌਰ ਤੇ ਹਰ ਧਿਰ ਜਿਹੜੀ ਹੈਗੀ ਹੈ, ਚਾਹੇ ਬੀਜੇਪੀ ਦੇਖ ਲਓ, ਚਾਹੇ ਅਕਾਲੀ ਦਲ ਦੇਖ ਲਓ, ਚਾਹੇ ਤੁਸੀਂ ਲੱਗਦਾ ਨਹੀਂ ਕਿ ਇਹ ਜਿਹੜੇ 5 ਲੋਕ ਉੱਥੇ ਗਏ ਸੀ ਧਰਨਾ ਚੁਕਵਾਉਣ ਦੇ ਲਈ ਕੈਪਟਨ ਅਮਰਿੰਦਰ ਸਿੰਘ ਦੇ ਕਹਿਣ ਦੇ ਉੱਪਰ, ਤੇ ਹੁਣ ਜਦੋਂ ਗੱਲਾਂ ਪੂਰੀਆਂ ਨਹੀਂ ਹੋਈਆਂ ਤੇ ਜਦੋਂ ਦੁਬਾਰਾ ਉਹ ਬੰਦੇ ਜਵਾਬਦੇਹੀ ਇਹਨਾਂ ਦੀ ਮੰਗਦੇ ਆ, ਤਾਂ ਫਿਰ ਲੱਗਦਾ ਨਹੀਂ ਕਿ ਇਹਨਾਂ ਨੂੰ ਹੁਣ ਦੁਬਾਰਾ ਉੱਥੇ ਜਵਾਬ ਦੇਣ ਜਾਣਾ ਚਾਹੀਦਾ? ਪਹਿਲਾਂ ਤਾਂ ਬਹੁਤ ਚਲੇ ਗਏ ਸੀ ਆਪਦੇ ਮੁੱਖ ਮੰਤਰੀ ਦੇ ਕਹਿਣ ਦੇ ਉੱਪਰ, ਆਪਣੀਆਂ ਕੁਰਸੀਆਂ ਬਚਾਉਣ ਦੀ ਖਾਤਰ ਤਾਂ ਉੱਥੇ ਪਹੁੰਚ ਗਏ ਸੀ, ਤਾਂ ਹੁਣ ਜਦੋਂ ਬੁਲਾ ਰਹੇ ਆ ਕਿ ਆਓ ਭਾਈ ਦੱਸੋ, ਉਦੋਂ ਤੁਸੀਂ ਆ ਕੇ ਸਾਡੇ ਧਰਨਾ ਚੁਕਾਤਾ, ਹੁਣ ਤੱਕ ਮੰਗਾਂ ਜਿਹੜੀਆਂ ਸਾਡੀਆਂ ਪੂਰੀਆਂ ਨਹੀਂ ਹੋਈਆਂ, ਆ ਕੇ ਇੱਥੇ ਜਵਾਬਦੇਹੀ ਕਰੋ, ਤਾਂ ਹੁਣ ਇਹ ਕਿਉਂ ਨਹੀਂ ਜਾਂਦੇ ਉੱਥੇ? ਬਿਲਕੁਲ, ਦੇਖੋ ਇਹਨਾਂ ਨੂੰ ਸਪਸ਼ਟ, ਮੈਂ ਇਹ ਨਹੀਂ ਕਹਿੰਦਾ ਕਿ ਇਕੱਲੇ ਇਹਨਾਂ ਨੂੰ, ਪੂਰੇ ਪੰਜਾਬ ਦੇ ਲੋਕਾਂ ਨੂੰ ਵੀ ਇਹਨਾਂ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਭਾਈ ਸਾਡੇ ਹੱਥ ਵਿੱਚ ਕੁਛ ਨਹੀਂ ਹੈ। ਇਹਨਾਂ ਨੂੰ ਜੋ ਵੀ ਇਹਨਾਂ ਦੇ ਮਨ ਦੇ ਵਿੱਚ ਹੈ, ਜੋ ਇਹ 5 ਫੈਸਲਾ ਕਰਨਗੇ ਕਿ ਉਸ ਵੇਲੇ ਅਸੀਂ ਜਿਹੜਾ ਹੈਗਾ, ਸਾਨੂੰ ਜਦੋਂ ਭੇਜਿਆ ਗਿਆ ਸੀਗਾ ਉਦੋਂ ਮਾਹੌਲ ਹੋਰ ਤਰ੍ਹਾਂ ਦਾ ਸੀ, ਹੁਣ ਜਿਹੜਾ ਹੈਗਾ ਹਾਲਾਤ ਹੋਰ ਤਰ੍ਹਾਂ ਦੇ ਬਣ ਗਏ ਨੇ। ਜੋ ਇਹ ਦੱਸਣਾ ਚਾਹੁੰਦੇ ਨੇ ਪੰਥਕ ਧਿਰਾਂ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਕਿ ਇਹ ਮਸਲਾ ਕਿਉਂ ਨਹੀਂ ਹੱਲ ਹੋਇਆ, ਜਾਂ ਤਾਂ ਇਹ ਮਸਲਾ ਦੱਸਣ ਵੀ ਕਿਉਂ ਨਹੀਂ ਹੱਲ ਹੋਇਆ, ਇਹ ਵੀ ਗੱਲ ਦੱਸਣ, ਜਾਂ ਤਾਂ ਇਹ ਦੱਸਣ ਕਿ ਅਸੀਂ ਹੱਲ ਕਰਵਾ ਨਹੀਂ ਸਕੇ, ਜਾਂ ਇਹ ਦੱਸਣ ਕਿ ਮੁੱਖ ਮੰਤਰੀ ਹੱਲ ਕਰਨਾ ਨਹੀਂ ਚਾਹੁੰਦੇ। ਜਿੱਥੇ ਜਿਹੜੇ ਐਂਡ ਤੇ ਇਹਨਾਂ ਨੂੰ ਪ੍ਰੋਬਲਮ ਲੱਗਦੀ ਹੈ ਉਹ ਜਾ ਕੇ ਦੱਸਣ ਤੇ ਜਨਤਕ ਤੌਰ ਤੇ ਦੱਸਣ, ਤੇ ਇਹਨਾਂ ਨੂੰ ਸਾਰੀਆਂ ਗੱਲਾਂ ਬਾਤਾਂ ਕਹਿ ਦੇਣੀਆਂ ਚਾਹੀਦੀਆਂ ਨੇ। ਜੇਕਰ ਮੁੱਖ ਮੰਤਰੀ ਨਹੀਂ ਕਰਨਾ ਚਾਹੁੰਦਾ ਤਾਂ ਫਿਰ ਖੁੱਲ੍ਹੇਆਮ ਉਹਦੇ ਖਿਲਾਫ ਬੋਲਣ, ਗੁਰੂ ਉੱਤੇ ਹੈ ਜਾਂ ਫਿਰ ਆਪਣੀ ਕੁਰਸੀ ਜਾਂ ਆਪਣਾ ਆਕਾ ਉੱਤੇ ਹੈ। ਬਿਲਕੁਲ ਬਿਲਕੁਲ, ਦੇਖੋ ਇਹਦੇ ਵਿੱਚ ਜੇ ਆਪਾਂ 5 ਚੋਂ ਆਪਾਂ ਗੱਲ ਕਰੀਏ ਤਾਂ ਸਭ ਤੋਂ ਵੱਧ ਸੁਖੀ ਰੰਧਾਵਾ ਜੀ ਤਾਂ ਬੋਲਦੇ ਰਹੇ ਨੇ। ਪਹਿਲਾਂ ਵੀ ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਅਸੀਂ ਤਾਂ ਲਗਾਤਾਰ ਆਵਾਜ਼ ਉਠਾਉਂਦੇ ਰਹੇ ਹਾਂ ਕੈਪਟਨ ਸਾਹਿਬ ਕੋਲੇ, ਔਰ ਉਹਨਾਂ ਦੇ ਉੱਤੇ ਪ੍ਰੈਸ਼ਰ ਬਣਾਉਂਦੇ ਰਹੇ ਹਾਂ ਕਿ ਇਹ ਮਸਲਾ ਹੱਲ ਕਰੋ, ਇਹਦੇ ਵਿੱਚ ਸਾਡੀ ਜ਼ਿੰਮੇਵਾਰੀ ਹੈ। ਔਰ ਤੁਹਾਨੂੰ ਵੀ ਯਾਦ ਹੋਏਗਾ ਜਦੋਂ ਇੱਕ ਵਾਰੀ ਸੁਖੀ ਰੰਧਾਵਾ ਦੇ ਘਰ ਦੇ ਸਾਹਮਣੇ ਧਰਨਾ ਲੱਗਿਆ ਸੀਗਾ ਪੰਥਕ ਧਿਰਾਂ ਦਾ, ਤਾਂ ਉਹ ਧਰਨੇ 'ਚ ਆਪ ਖੁਦ ਬੈਠੇ ਸੀ ਆ ਕੇ, ਇਹੀ ਗੱਲਾਂ ਉਹਨਾਂ ਨੇ ਉਦੋਂ ਗੱਲਾਂ ਕਹੀਆਂ ਸੀਗੀਆਂ। ਸੋ ਮੈਂ ਇਹੀ ਕਹਿਣਾ ਚਾਹਣਾ ਕਿ ਜੇ ਉਸ ਵੇਲੇ ਇਹ ਗੱਲਾਂ ਕਹੀਆਂ ਸੀਗੀਆਂ ਤਾਂ ਅੱਜ ਮੈਨੂੰ ਲੱਗਦਾ ਹੈ ਕਿ ਇਹ ਵੀ ਇਹਨਾਂ ਸਾਰਿਆਂ ਨੂੰ ਮਿਲ ਕੇ ਆਪਣਾ ਸਪਸ਼ਟੀਕਰਨ ਜਿਹੜਾ ਹੈਗਾ ਦੇ ਦੇਣਾ ਚਾਹੀਦਾ ਕਿ ਸਾਡੇ ਹੱਥ ਵੱਸ ਕੁਝ ਨਹੀਂ ਹੈ, ਇਹਦਾ ਗ੍ਰਹਿ ਮੰਤਰੀ ਦੇ ਹੱਥ 'ਚ ਹੁੰਦਾ ਹੈ ਜਾਂ ਮੁੱਖ ਮੰਤਰੀ ਦੇ ਹੱਥ 'ਚ ਹੁੰਦਾ ਹੈ ਕਿ ਚੀਜ਼ਾਂ ਨੂੰ ਕਿਵੇਂ ਤੁਸੀਂ ਮੈਨੂਪਲੇਟ ਕਰਨਾ ਹੈ। ਸੋ ਇਸ ਕਰਕੇ ਜੇਕਰ ਇਹ ਸਾਰੀਆਂ ਚੀਜ਼ਾਂ ਉਹਨਾਂ ਦੇ ਹੱਥ 'ਚ ਨਹੀਂ ਹੈਗੀਆਂ, ਇਸ ਵੇਲੇ ਨਹੀਂ ਹੈਗੀਆਂ, ਤਾਂ ਇਹਨਾਂ ਨੂੰ ਮੈਨੂੰ ਲੱਗਦਾ ਹੈ ਕਿ ਚੰਗੀ ਗੱਲ ਇਹੀ ਹੈ ਕਿ ਸਪਸ਼ਟੀਕਰਨ ਦੇਣਾ ਬਣਦਾ ਹੈ, ਜਾ ਕੇ ਦੇ ਦੇਣ। ਬਿਲਕੁਲ ਬਿਲਕੁਲ, ਜਾ ਕੇ ਤੁਸੀਂ ਮਿਹਨਤ ਤਰਲਾ ਕਰਕੇ ਤੁਸੀਂ ਉਹਨਾਂ ਨੂੰ ਭਰੋਸੇ ਲੈ ਕੇ ਤੁਸੀਂ ਤਾਂ ਫਿਰ ਉਹਨਾਂ ਦਾ ਧਰਨਾ ਚੁਕਾ ਦਿੱਤਾ, ਇਹ ਵੀ ਤਾਂ ਕਿਤੇ ਨਾ ਕਿਤੇ ਦੋਸ਼ੀ ਨੇ ਨਾ, ਜੇਕਰ ਨਹੀਂ ਉਹਨਾਂ ਨੂੰ ਜਵਾਬ ਦਿੰਦੇ ਉੱਥੇ ਜਾ ਕੇ। ਬਿਲਕੁਲ ਬਿਲਕੁਲ, ਇਹੀ ਗੱਲ ਕਹਿ ਰਹੇ ਹਾਂ ਕਿ ਇਹਨਾਂ ਦੀ ਇੱਕ ਮੁਕੱਦਸ ਫਰਜ਼ ਵੀ ਬਣਦਾ ਹੈ ਔਰ ਇਹਨਾਂ ਦੀ ਡਿਊਟੀ ਬਣਦੀ ਹੈ। ਔਰ ਇਹਨਾਂ ਨੂੰ ਵੀ ਮੈਨੂੰ ਲੱਗਦਾ ਕਿ ਜਿਵੇਂ ਬਾਕੀ ਪੰਜਾਬ ਨੂੰ ਕੈਪਟਨ ਸਾਹਿਬ ਨੇ ਠੱਗਿਆ ਹੈ, ਵੱਖ-ਵੱਖ ਲਾਰੇ ਲਾ ਕੇ, ਵੱਖ-ਵੱਖ ਚੀਜ਼ਾਂ ਨੂੰ ਜਿਹੜੇ ਨੇ ਬਹੁਤ ਵੱਡੇ ਪਤਾ ਨਹੀਂ ਕੀ ਉਹਨਾਂ ਨੇ ਲਾਰੇ ਲਾਏ ਸੀ ਪੰਜਾਬ ਦੇ ਲੋਕਾਂ ਨੂੰ, ਉਸੇ ਤਰ੍ਹਾਂ ਇਹਨਾਂ ਆਪਣੇ ਮੰਤਰੀਆਂ ਨੂੰ ਵੀ, ਉਹਨਾਂ ਨੇ ਆਪਣੇ ਜਿਹੜੇ ਵਿਧਾਇਕ ਨੇ ਉਹਨਾਂ ਨੂੰ ਵੀ ਉੱਥੇ ਭੇਜ ਕੇ ਇੱਕ ਕਿਸਮ ਦਾ ਇਹਨਾਂ ਦੇ ਨਾਲ ਵੀ ਧੋਖਾ ਕੀਤਾ ਹੈ। ਮੈਨੂੰ ਲੱਗਦਾ ਹੈ ਕਿ ਇਹਨਾਂ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਸਾਨੂੰ ਜਾਣ ਬੁੱਝ ਕੇ ਚਿਹਰਾ ਬਣਾਇਆ ਗਿਆ, ਆਪ ਮੁੱਖ ਮੰਤਰੀ ਜੀ ਪਿੱਛੇ ਰਹੇ। ਸੋ ਇਸ ਕਰਕੇ ਇਹਨਾਂ ਮੰਤਰੀਆਂ ਨੂੰ ਜਾਂ ਵਿਧਾਇਕਾਂ ਨੂੰ ਵੀ ਮੈਨੂੰ ਲੱਗਦਾ ਕਿ ਆਪਣਾ ਸਪਸ਼ਟੀਕਰਨ ਜਾ ਕੇ ਦੇ ਦੇਣਾ ਚਾਹੀਦਾ। ਇਹਦੇ ਵਿੱਚ ਕੋਈ ਦੋ ਰਾਵਣ ਲੋਕ, ਕਿਉਂਕਿ ਲੋਕ ਇਸ ਵੇਲੇ ਜਾਣਦੇ ਨੇ, ਲੋਕਾਂ ਨੂੰ ਵੀ ਪਤਾ ਲੱਗ ਚੁੱਕਿਆ ਹੈ ਕਿ ਕੈਪਟਨ ਸਾਹਿਬ ਦੀ ਜਿਹੜੀ ਨੀਤ ਔਰ ਨੀਤੀ ਹੈ ਕੋਈ ਉਹ ਸਾਫ਼ ਦਿਖਾਈ ਨਹੀਂ ਦੇ ਰਹੀ। ਉਹ ਇਸ ਮਸਲੇ ਨੂੰ ਲਟਕਾਉਣਾ ਚਾਹੁੰਦੇ ਨੇ ਔਰ ਲਟਕਾ ਕੇ ਜਿਹੜੀ ਹੈਗੀ ਹੈ ਪੋਲਰਾਈਜੇਸ਼ਨ ਕਰਨਾ ਚਾਹੁੰਦੇ ਨੇ, ਸਿਆਸਤ ਕਰਨਾ ਚਾਹੁੰਦੇ ਨੇ। ਔਰ ਜੇਕਰ ਸਿਆਸਤ ਹੁੰਦੀ ਹੈ ਤਾਂ ਲਾਜ਼ਮੀ ਤੌਰ ਤੇ ਆਪਾਂ ਨੂੰ ਪਤਾ ਹੈ ਕਿ ਨਿਆਂ ਮਿਲਣ ਦੀਆਂ ਸੰਭਾਵਨਾਵਾਂ ਬਹੁਤ ਘਟ ਜਾਂਦੀਆਂ ਨੇ, ਔਰ ਜੇਕਰ ਨਿਆਂ ਨਹੀਂ ਮਿਲੇਗਾ ਤਾਂ ਲਾਜ਼ਮੀ ਤੌਰ ਤੇ ਇਹਦੇ ਨਾਲ ਕੀ ਹੋਏਗਾ ਕਿ ਪੰਜਾਬ ਦੇ ਲੋਕਾਂ ਦਾ ਜਿਹੜਾ ਹੈਗਾ ਇੱਕ ਕਿਸਮ ਦਾ ਆਪਾਂ ਕਹਿ ਸਕਦੇ ਹਾਂ ਕਿ ਪੁਲਿਸ ਤੋਂ ਜਾਂ ਨਿਆਂ ਪਾਲਿਕਾ ਤੋਂ ਜਿਹੜਾ ਹੈਗਾ ਵਿਸ਼ਵਾਸ ਉਹ ਟੁੱਟਦਾ ਨਜ਼ਰ ਆਏਗਾ ਆਉਣ ਵਾਲੇ ਦਿਨਾਂ ਦੇ ਵਿੱਚ। ਸੋ ਇਸ ਕਰਕੇ ਉਸ ਵਿਸ਼ਵਾਸ ਨੂੰ ਜ਼ਿੰਦਾ ਰੱਖਣ ਦੇ ਲਈ, ਉਸ ਵਿਸ਼ਵਾਸ ਨੂੰ ਹੋਰ ਪੁਖਤਾ ਕਰਨ ਦੇ ਲਈ ਜਿਹੜਾ ਹੈਗਾ ਇਹਨਾਂ ਨੂੰ ਸਪਸ਼ਟੀਕਰਨ ਦੇਣਾ ਚਾਹੀਦਾ ਹੈ। ਔਰ ਜੇਕਰ ਇਹ ਮਸਲਾ ਹੱਲ ਨਹੀਂ ਹੁੰਦਾ ਤਾਂ ਸਗੋਂ ਹੋਰ ਪ੍ਰੈਸ਼ਰ ਵੀ ਬਣਾਉਣਾ ਚਾਹੀਦਾ ਕੈਪਟਨ ਸਾਹਿਬ ਦੀ ਸਰਕਾਰ ਦੇ ਉੱਤੇ ਕਿ ਭਾਈ ਤੁਸੀਂ ਮਸਲਾ ਹੱਲ ਕਰੋ, ਜਲਦੀ ਹੱਲ ਕਰੋ। ਆਪਾਂ ਨੂੰ ਯਾਦ ਹੈ ਕਿ ਪ੍ਰਤਾਪ ਸਿੰਘ ਬਾਜਵਾ ਨੇ 1 ਮਹੀਨਾ ਦਿੱਤਾ ਸੀਗਾ, ਉਹ ਵੀ ਅੱਜ ਮੁੱਦਾ ਜਿਹੜਾ ਹੈਗਾ ਹਵਾ 'ਚ ਉੱਡ ਗਿਆ ਕਿ ਉਹਨਾਂ ਨੂੰ ਲੱਗਦਾ ਹੈ ਕਿ ਮਹੀਨੇ ਤੋਂ ਅੱਜ ਤਾਂ ਮੈਨੂੰ ਲੱਗਦਾ ਕਿ 1.5-2 ਮਹੀਨੇ ਹੋ ਚੁੱਕੇ ਨੇ, ਉਹ ਵੀ ਕੋਈ ਸਵਾਲ ਨਹੀਂ ਪੁੱਛ ਰਹੇ ਕੈਪਟਨ ਸਾਹਿਬ ਤੋਂ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜਿਹੜੇ ਇਹ ਲੀਡਰ ਲੋਕ ਵਾਅਦਾ ਕਰਦੇ ਨੇ
ਤਾਂ ਲੋਕਾਂ ਦਾ ਵਿਸ਼ਵਾਸ ਕਿਉਂ ਨਹੀਂ ਇਹਨਾਂ ਦੇ ਉੱਤੇ ਬਣਦਾ? ਲੋਕ ਇਹਨਾਂ ਦਾ ਵਿਸ਼ਵਾਸ ਕਿਉਂ ਕਰਦੇ ਨੇ ਕਿ ਅਸੀਂ ਜਿਹੜਾ ਹੈਗਾ ਉਦੋਂ ਕਿਉਂ ਵਿਸ਼ਵਾਸ ਕੀਤਾ ਗਿਆ ਇਹਨਾਂ ਦੇ ਉੱਤੇ? ਕਿਉਂਕਿ ਲੀਡਰਾਂ ਦਾ ਕੋਈ ਵਿਸ਼ਵਾਸ ਇਸ ਵੇਲੇ ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਦੇ ਵਿੱਚੋਂ ਸਾਰਾ ਕੁਝ ਟੁੱਟ ਗਿਆ, ਉਹ ਖਤਮ ਹੋ ਚੁੱਕਿਆ। ਕਿ ਜਿਹੜੇ ਜਿਸ ਕਿਸਮ ਦੇ ਲੀਡਰ ਪਹਿਲਾਂ ਹੁੰਦੇ ਸੀਗੇ ਉਹ ਲੀਡਰ ਜਿਹੜੇ ਨੇ ਅੱਜ ਨਹੀਂ ਰਹੇ। ਅੱਜ ਜਿਹੜੀ ਹੈਗੀ ਹਰ ਗੱਲ ਮੈਨੂੰ ਲੱਗਦਾ ਕਿ ਝੂਠ ਦੇ ਉੱਤੇ ਸਾਰੀ ਚੀਜ਼, ਸਾਰੀ ਸਿਆਸਤ ਜਿਹੜੀ ਹੈਗੀ ਆ ਝੂਠ ਦੇ ਉੱਤੇ ਫੈਲੀ ਹੋਈ ਨਜ਼ਰ ਆਉਂਦੀ ਹੈ, ਝੂਠ ਦੇ ਉੱਤੇ ਬਣੀ ਹੋਈ ਨਜ਼ਰ ਆਉਂਦੀ ਹੈ। ਇਹੀ ਕੈਪਟਨ ਸਾਹਿਬ ਦੀ ਪਾਲਿਸੀ ਰਹੀ ਹੈ, ਇਹੀ ਬਾਕੀ ਧਿਰਾਂ ਦੀ ਪਾਲਿਸੀ ਆਪਾਂ ਦੇਖ ਰਹੇ ਹਾਂ ਕਿ ਕਿਵੇਂ ਲਾਰੇ ਲਾ ਕੇ, ਕਿਵੇਂ ਲੋਕਾਂ ਨੂੰ ਭਰਮਾ ਕੇ ਸੱਤਾ 'ਚ ਇੱਕ ਵਾਰੀ ਆ ਜਾਂਦੇ ਨੇ, ਬਾਅਦ ਦੇ ਵਿੱਚ ਕਿਵੇਂ ਸਾਰੀਆਂ ਚੀਜ਼ਾਂ ਭੁੱਲ ਜਾਂਦੇ ਨੇ ਲੋਕ ਇਹ। ਸੋ ਉਹ ਸਾਰੀਆਂ ਚੀਜ਼ਾਂ ਜ਼ਾਹਿਰ ਹੋ ਰਹੀਆਂ ਨੇ ਇਸ ਸਾਰੀ ਕਾਰਵਾਈ ਤੋਂ। ਸੋ ਮੈਨੂੰ ਲੱਗਦਾ ਕਿ ਉਮੀਦ ਇਹੀ ਕੀਤੀ ਜਾਣੀ ਬਣਦੀ ਹੈ ਇਸ ਵੇਲੇ ਸੁਖਵਿੰਦਰ ਜੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੇ ਪੰਜੇ ਲੀਡਰ ਸਾਹਿਬਾਨ ਨੇ ਕਾਂਗਰਸ ਦੇ ਜ਼ਰੂਰ ਆਪਣਾ ਕੋਈ ਨਾ ਕੋਈ ਸਪਸ਼ਟੀਕਰਨ ਦੇਣਗੇ। ਇਹ ਤਵੱਕੋ ਕਰਨੀ ਬਣਦੀ ਹੈ। ਜੀ ਸੁਖਵਿੰਦਰ ਜੀ। ਬਿਲਕੁਲ ਡਾਕਟਰ ਸਾਹਿਬ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ। ਆਏ ਸਨ ਡਾਕਟਰ ਭੀਮਿੰਦਰ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਦੇ ਨਾਲ ਕੀਤੀ ਸਾਡੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।